Hello students, I'm Sukhvinder Kaur from Department of Economics, GGDST College ਹਰਿਆਣਾ ਹੁਸ਼ਿਆਰਪੁਰ। ਅੱਜ ਅਸੀਂ ਕਰਾਂਗੇ ਸਰਵਜਨਕ ਰਿਣ ਦੇ ਪ੍ਰਭਾਵ ਕੀ ਪੈਂਦੇ ਆ। ਸਰਵਜਨਕ ਰਿਣ ਜਿਸ ਤਰ੍ਹਾਂ ਅਸੀਂ ਕੀਤਾ ਉਹ ਖਰਚ ਆਮਦਨ ਤੇ ਖਰਚ ਦੇ ਵਿੱਚ ਜਦੋਂ ਗੈਪ ਰਹਿ ਜਾਂਦਾ, ਜਦੋਂ ਆਮਦਨ ਜ਼ਿਆਦਾ ਘੱਟ ਹੁੰਦੀ ਹੈ ਅਤੇ ਖਰਚ ਗੌਰਮੈਂਟ ਦਾ ਜ਼ਿਆਦਾ ਹੁੰਦਾ, ਅਤੇ ਉਸ ਖਰਚ ਗੈਪ ਨੂੰ ਪੂਰਾ ਕਰਨ ਲਈ ਜਦੋਂ ਸਰਕਾਰਾਂ ਲੋਨ ਲੈਂਦੀਆਂ ਉਸ ਨੂੰ ਪਬਲਿਕ ਡੈਟ ਕਹਿੰਦੇ ਆ। ਪਬਲਿਕ ਡੈਟ ਦੇ ਕੀ ਪ੍ਰਭਾਵ ਪੈਂਦੇ ਆ? ਪਬਲਿਕ ਡੈਟ ਦੇ ਪ੍ਰਭਾਵ ਪੈਣਗੇ ਇੱਕ ਤਾਂ ਪ੍ਰੋਡਕਸ਼ਨ ਦੇ ਉੱਪਰ, ਦੂਸਰਾ ਡਿਸਟਰੀਬਿਊਸ਼ਨ ਦੇ ਉੱਪਰ, ਤੀਸਰਾ ਕੰਜੰਪਸ਼ਨ ਦੇ ਉੱਪਰ, ਅਤੇ ਚੌਥਾ ਇਨਫਲੇਸ਼ਨ ਅਤੇ ਡੀਫਲੇਸ਼ਨ ਦੇ ਉੱਪਰ। ਸਭ ਤੋਂ ਪਹਿਲਾਂ ਜਿਹੜਾ ਪ੍ਰਭਾਵ ਹੈ ਉਹ ਹੈਗਾ ਇਫੈਕਟ ਔਨ ਪ੍ਰੋਡਕਸ਼ਨ। ਉਤਪਾਦਨ 'ਤੇ ਕੀ ਪ੍ਰਭਾਵ ਪੈਂਦਾ ਜਦੋਂ ਕਰਜ਼ੇ ਲਏ ਜਾਂਦੇ ਆ? ਦੇਖੋ, ਗੁੱਡ ਅਤੇ ਬੈਡ ਦੋਨੋਂ ਇਫੈਕਟ ਹੁੰਦੇ ਆ ਕਰਜ਼ਿਆਂ ਦੇ ਉਤਪਾਦਨ ਦੇ ਉੱਤੇ। ਸਭ ਤੋਂ ਪਹਿਲਾਂ ਗੁੱਡ ਇਫੈਕਟ ਕਰਾਂਗੇ, ਅਨੁਕੂਲ ਪ੍ਰਭਾਵ ਜਿਹੜੇ ਕਰਾਂਗੇ। ਜਦੋਂ ਸਰਕਾਰਾਂ ਕਰਜ਼ਾ ਲੈਂਦੀਆਂ ਨੰਬਰ 1 ਹੁੰਦਾ ਕੀ ਹੈ? ਉਹ ਲੋਕਾਂ ਦੇ ਵੈਲਫੇਅਰ ਲਈ ਖਰਚ ਹੁੰਦਾ। ਇੰਪਲਾਈਮੈਂਟ ਜਨਰੇਟ ਕੀਤੀ ਜਾਂਦੀ ਹੈ, ਲੋਕਾਂ ਨੂੰ ਰੁਜ਼ਗਾਰ ਮਿਲਦਾ, ਉਹਨਾਂ ਦੀ ਆਮਦਨ ਵੱਧਦੀ ਆ ਅਤੇ ਦੈਨ ਉਹਨਾਂ ਦੀ ਕੰਜੰਪਸ਼ਨ ਵੀ ਵੱਧਦੀ ਆ, ਬੱਚਤ ਵੀ ਵੱਧਦੀ ਹੈ। ਔਰ ਇਹਦੇ ਨਾਲ ਬੱਚਤ ਜਿਹੜੀ ਅਲਟੀਮੇਟਲੀ ਜਾ ਕੇ ਇਨਵੈਸਟ ਕੀਤੀ ਜਾਂਦੀ ਆ, ਐਂਡ ਉਹ ਜਿਹੜਾ ਇਹਦੇ ਨਾਲ ਉਤਪਾਦਨ 'ਤੇ ਚੰਗਾ ਪ੍ਰਭਾਵ ਇਸ ਤਰ੍ਹਾਂ ਪੈਂਦਾ। ਦੂਸਰਾ ਜਿਹੜਾ ਚੰਗਾ ਪ੍ਰਭਾਵ ਪੈਂਦਾ ਕਿ ਸਰਕਾਰ ਜਿਹੜਾ ਖਰਚਾ, ਜਿਹੜੇ ਸਰਕਾਰ ਨੇ ਰਿਣ ਲਏ ਹੁੰਦੇ ਆ, ਉਹ ਆਵਾਜਾਈ ਦੇ ਸਾਧਨਾਂ ਦਾ ਵਿਕਾਸ ਕਰਦੀ ਆ, ਬਿਜਲੀ ਯੋਜਨਾਵਾਂ ਲੈ ਕੇ ਆਉਂਦੀ ਆ, ਨਵੀਂ ਇੰਡਸਟਰੀ ਲਗਾਉਂਦੀ ਆ, ਇਰੀਗੇਸ਼ਨ ਫੈਸਿਲਿਟੀਜ਼ ਪ੍ਰਮੋਟ ਕਰਦੀ ਹੈ। ਇਹਦੇ ਨਾਲ ਕੈਪੀਟਲ ਫਾਰਮੇਸ਼ਨ ਆ, ਜਿਹੜਾ ਪੂੰਜੀ ਨਿਰਮਾਣ, ਉਹਨੂੰ ਉਤਸ਼ਾਹ ਮਿਲਦਾ ਅਤੇ ਨਿੱਜੀ ਖੇਤਰ ਦਾ ਵਿਕਾਸ ਵੀ ਜਿਹੜਾ ਉਹ ਪੋਸੀਬਲ ਹੋ ਜਾਂਦਾ। ਮਤਲਬ ਸਰਕਾਰ ਜਿਹੜੀ ਸੋਸ਼ਲ ਓਵਰਹੈਡ ਕਾਸਟ ਆ, ਬੇਸਿਕ ਇਨਫਰਾਸਟਰਕਚਰ ਡਿਵੈਲਪ ਕਰ ਦਿੰਦੀ ਹੈ ਅਤੇ ਉਸ ਤੋਂ ਬਾਅਦ ਉਹਦੇ ਸਿੱਟੇ ਵਜੋਂ ਪ੍ਰਾਈਵੇਟ ਸੈਕਟਰ ਆ ਜਿਹੜਾ ਉਹ ਇਨਵੈਸਟ ਕਰਨਾ ਸ਼ੁਰੂ ਕਰ ਦਿੰਦਾ। ਅਤੇ ਤੀਸਰਾ ਜਿਹੜਾ ਇਹਦਾ ਜਿਹੜਾ ਪੋਜ਼ੀਟਿਵ ਇਫੈਕਟ ਪੈਂਦਾ, ਗੁੱਡ ਇਫੈਕਟ ਪੈਂਦਾ, ਉਹ ਇਹ ਪੈਂਦਾ ਕਿ ਇਹਦੇ ਨਾਲ ਜਦੋਂ ਸਰਕਾਰ ਲੋਨ ਲੈਂਦੀ ਆ ਅਤੇ ਸਰਕਾਰ ਉਤਪਾਦਨ ਦੇ ਵਿੱਚ ਵਾਧਾ ਕਰ ਦਿੰਦੀ ਆ, ਅਤੇ ਉਹਦੇ ਨਾਲ ਉਤਪਾਦਨ ਤੋਂ ਫਿਰ ਜਿਹੜੀ ਆਮਦਨ ਪ੍ਰਾਪਤ ਹੁੰਦੀ ਆ, ਉਸ ਆਮਦਨ ਦੇ ਨਾਲ ਲੋਨ ਜਿਹੜਾ ਵਾਪਸ ਹੋ ਸਕਦਾ, ਅਤੇ ਉਹਦੇ ਲਈ ਨਵੇਂ ਟੈਕਸ ਜਿਹੜੇ ਉਹ ਨਹੀਂ ਲਗਾਏ ਜਾਂਦੇ, ਅਤੇ ਹੋਰ ਜ਼ਿਆਦਾ ਉਤਪਾਦਨ ਜਿਹੜਾ ਉਹ ਪੋਸੀਬਲ ਆ। ਅਤੇ ਹੁਣ ਉਤਪਾਦਨ 'ਤੇ ਸਾਈਡ ਇਫੈਕਟ ਕੀ ਪੈਂਦੇ ਆ? ਸਭ ਤੋਂ ਪਹਿਲਾਂ, ਜੇ ਸਰਕਾਰ ਉਹ ਖਰਚ ਜਿਹੜਾ ਸਰਕਾਰ ਨੇ ਲੋਨ ਲਿਆ, ਉਹ ਵਾਲਾ ਪੈਸਾ ਪ੍ਰੋਡਕਟਿਵ ਕੰਮਾਂ 'ਚ ਖਰਚ ਨਾ ਕਰਕੇ ਅਨਪ੍ਰੋਡਕਟਿਵ ਕੰਮਾਂ 'ਚ ਖਰਚ ਕਰ ਦੇਵੇ ਤਾਂ ਉਤਪਾਦਨ 'ਤੇ ਬੁਰਾ ਪ੍ਰਭਾਵ ਪਏਗਾ। ਜੇ ਸਰਕਾਰ ਲੋਨ ਵਾਪਸ ਕਰਨ ਲਈ, ਰਿਣ ਵਾਪਸ ਕਰਨ ਲਈ ਲੋਕਾਂ 'ਤੇ ਜ਼ਿਆਦਾ ਟੈਕਸ ਲਗਾ ਦੇਗੀ ਤਾਂ ਵੀ ਉਤਪਾਦਨ ਦੇ ਉੱਪਰ ਨੈਗੇਟਿਵ ਇੰਪੈਕਟ ਆ, ਜਿਹੜਾ ਬੁਰਾ ਪ੍ਰਭਾਵ ਜਿਹੜਾ ਉਹ ਪਏਗਾ। ਅਤੇ ਤੀਸਰਾ ਜਿਹੜਾ ਬੈਡ ਇਫੈਕਟ ਪੈਂਦਾ ਕਿ ਜਦੋਂ ਯੁੱਧ ਦੇ ਦਿਨਾਂ ਦੇ ਵਿੱਚ ਕੀਮਤਾਂ ਬਹੁਤ ਵੱਧ ਜਾਂਦੀਆਂ, ਅਤੇ ਜੇ ਸਰਕਾਰਾਂ ਉਸ ਵੇਲੇ ਲੋਨ ਲੈ ਲੈਂਦੀਆਂ ਅਤੇ ਫਿਰ ਲੋਕਾਂ ਦੇ ਉੱਤੇ ਟੈਕਸ ਲਗਾ ਦਿੰਦੀਆਂ ਜ਼ਿਆਦਾ, ਅਤੇ ਲੋਕਾਂ ਨੂੰ ਬਹੁਤ ਜ਼ਿਆਦਾ ਤਿਆਗ ਕਰਨਾ ਪਏਗਾ। ਇਸ ਦੇ ਸਿੱਟੇ ਵਜੋਂ ਲੋਕਾਂ ਦੀ ਜਿਹੜੀ ਪਰਚੇਜ਼ਿੰਗ ਪਾਵਰ ਆ ਉਹ ਘੱਟ ਜਾਏਗੀ, ਅਤੇ ਕੀਮਤਾਂ ਘੱਟ ਹੋਣ, ਡਿਮਾਂਡ ਘਟੇਗੀ, ਕੀਮਤਾਂ ਘੱਟ ਜਾਣਗੀਆਂ, ਅਤੇ ਕੀਮਤਾਂ ਘਟਣ ਦੇ ਕਰਕੇ ਮੁਦਰਾ ਦੇ ਅਸਲ ਮੁੱਲ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਵਾਧਾ ਹੋ ਜਾਏਗਾ। ਅਤੇ ਦੂਸਰਾ ਜਿਹੜਾ ਇਫੈਕਟ ਆ ਉਹ ਡਿਸਟਰੀਬਿਊਸ਼ਨ 'ਤੇ ਪੈਂਦਾ। ਡਿਸਟਰੀਬਿਊਸ਼ਨ ਕੀ? ਵੰਡ, ਆਮਦਨ ਦੀ ਵੰਡ 'ਤੇ ਦੂਸਰਾ ਪ੍ਰਭਾਵ ਪੈਂਦਾ। ਸਰਵਜਨਕ ਰਿਣ ਦੇ ਕਰਕੇ ਆਮਦਨ ਦੀ ਵੰਡ ਅਮੀਰ ਵਰਗ ਤੋਂ ਗਰੀਬ ਵਰਗ ਹੋ ਜਾਂਦੀ। ਹੁੰਦਾ ਕੀ ਆ? ਸਰਕਾਰ ਜਿਹੜਾ ਖਰਚਾ ਉਹ ਪਬਲਿਕ ਵੈਲਫੇਅਰ ਲਈ ਕਰਦੀ ਹੈ, ਅਤੇ ਉਹਦਾ ਬੈਨੀਫਿਟ ਹੈ ਜਿਹੜਾ ਗਰੀਬ ਲੋਕਾਂ ਨੂੰ ਵੀ ਹੁੰਦਾ। ਪਰ ਫਿਰ ਵੀ ਇਸ 'ਤੇ ਨੈਗੇਟਿਵ ਅਤੇ ਪੋਜ਼ੀਟਿਵ ਦੋਨੇ ਇਫੈਕਟ ਹੈਗੇ ਆ। ਗੁੱਡ ਇਫੈਕਟ ਕੀ ਪੈਂਦੇ? ਸਭ ਤੋਂ ਪਹਿਲਾਂ ਤਾਂ ਜਦੋਂ ਸਰਕਾਰ ਲੋਨ ਲੈਂਦੀ ਆ ਅਤੇ ਉਹ ਜਿਹੜਾ ਪੈਸਾ ਆ ਉਹ ਕਾਫੀ ਸਾਰੀਆਂ ਯੋਜਨਾਵਾਂ 'ਤੇ ਖਰਚ ਹੁੰਦਾ, ਅਤੇ ਉਹਨਾਂ ਯੋਜਨਾਵਾਂ ਦੇ ਕਰਕੇ ਗਰੀਬ ਵਰਗ ਨੂੰ ਕੰਮ ਪ੍ਰਾਪਤ ਹੋਏਗਾ, ਉਹਨਾਂ ਦੀ ਆਮਦਨ ਵਧੇਗੀ, ਅਤੇ ਧਨ ਦੀ ਅਸਮਾਨਤਾ ਜਿਹੜੀ ਉਹ ਘੱਟ ਹੋਏਗੀ। ਮਤਲਬ ਜਿਹੜੀ ਆਮਦਨ ਦੀ ਵੰਡ ਆ ਉਹਦੇ ਵਿੱਚ ਇਕੁਐਲਿਟੀ ਜਿਹੜੀ ਥੋੜ੍ਹੀ ਕਿਸੇ ਹੱਦ ਤੱਕ ਪੋਸੀਬਲ ਆ। ਅਤੇ ਦੂਸਰਾ ਜਿਹੜਾ ਪੋਜ਼ੀਟਿਵ ਪੋਜ਼ੀਟਿਵ ਇਫੈਕਟ ਆ ਉਹ ਇਹ ਆ ਕਿ ਜਦੋਂ ਲੋਕਾਂ ਦੀ ਆਮਦਨ ਵਧੇਗੀ ਦੈਨ ਉਹਨਾਂ ਦੀ ਬੱਚਤ ਵੀ ਵਧੇਗੀ, ਅਤੇ ਉਹ ਬੱਚਤ ਵਧੂਗੀ ਤਾਂ ਗਰੀਬ ਵਰਗ ਨੂੰ ਉਸਦਾ ਲਾਭ ਹੋਏਗਾ। ਪਰ ਬੈਡ ਇਫੈਕਟ ਕੀ ਪੈਂਦਾ ਕਿ ਜੇ ਸਰਕਾਰ ਜਿਹੜਾ ਲੋਨ ਲੈਂਦੀ ਉਹ ਅਮੀਰ ਵਰਗ ਤੋਂ ਲੈਂਦੀ, ਪਰ ਉਹਨੂੰ ਵਾਪਸ ਕਰਨ ਲਈ ਟੈਕਸ ਆ ਜਿਹੜਾ ਉਹ ਸਾਰਿਆਂ ਦੇ ਉੱਤੇ ਲੱਗਦਾ, ਅਤੇ ਅਮੀਰ ਵਰਗ ਨੂੰ ਲੋਨ ਵਾਪਸ ਕੀਤਾ ਜਾਂਦਾ ਰੇਟ ਆਫ ਇੰਟਰਸਟ ਦੇ ਸਮੇਤ। ਇਹਦਾ ਮਤਲਬ ਜਿਹੜਾ ਬੈਨੀਫਿਟ ਆ ਫਿਰ ਅਮੀਰ ਨੂੰ ਹੀ ਰਹਿ ਜਾਂਦਾ। ਅਤੇ ਦੂਸਰਾ ਜਿਹੜਾ ਇਹਦਾ ਬੈਡ ਇਫੈਕਟ ਇਹ ਪੈਂਦਾ ਕਿ ਇਸ 'ਤੇ ਫਲਸਰੂਪ ਅਮੀਰ ਵਰਗ ਦਾ ਜਨਮ ਹੋ ਜਾਂਦਾ, ਉਹ ਬਿਨਾਂ ਮਿਹਨਤ ਦੇ ਵਿਆਜ ਦਾ ਪੈਸਾ ਲੈ ਕੇ ਹੋਰ ਅਮੀਰ ਜਿਹੜਾ ਹੋ ਜਾਂਦਾ ਆ, ਅਤੇ ਇਹ ਆਮਦਨ 'ਤੇ ਫਿਰ ਇਹਦਾ ਬੁਰਾ ਪ੍ਰਭਾਵ ਪੈਂਦਾ। ਆਮਦਨ ਦੀ ਵੰਡ 'ਤੇ ਇਹਦਾ ਬੁਰਾ ਪ੍ਰਭਾਵ ਪੈਂਦਾ। ਨੈਕਸਟ ਜਿਹੜਾ ਉਹ ਹੈਗਾ ਕੰਜੰਪਸ਼ਨ ਦੇ ਉੱਤੇ ਪ੍ਰਭਾਵ, ਭੋਗ ਦੇ ਉੱਤੇ ਜਿਹੜਾ ਅਸੀਂ ਖਰਚ ਕਰਦੇ ਹਾਂ ਉੱਤੇ ਕੀ ਪ੍ਰਭਾਵ ਪੈਂਦਾ? ਸਭ ਤੋਂ ਪਹਿਲਾਂ ਅਨੁਕੂਲ ਪ੍ਰਭਾਵ, ਜਦੋਂ ਸਰਕਾਰਾਂ ਲੋਨ ਲੈਂਦੀਆਂ
ਉਸ ਨੂੰ ਉਤਪਾਦਨ ਦੇ ਕੰਮਾਂ ਦੇ ਵਿੱਚ, ਵਧੀਆ ਯੋਜਨਾਵਾਂ ਦੇ ਵਿੱਚ, ਪ੍ਰੋਡਕਟਿਵ ਕੰਮਾਂ ਦੇ ਵਿੱਚ ਖਰਚ ਕਰਦੀਆਂ। ਇਹਦੇ ਨਾਲ ਇੰਪਲਾਈਮੈਂਟ ਜਨਰੇਟ ਹੁੰਦੀ ਆ, ਜਿਹਦੇ ਕਰਕੇ ਇਨਕਮ ਜਨਰੇਟ ਹੁੰਦੀ ਆ, ਜਿਹਦੇ ਕਰਕੇ ਡਿਮਾਂਡ ਵੱਧਦੀ ਆ, ਮਤਲਬ ਕੰਜੰਪਸ਼ਨ ਵੱਧਦੀ ਆ। ਅਤੇ ਇਸ ਤਰ੍ਹਾਂ ਕੰਜੰਪਸ਼ਨ ਦੇ ਵਿੱਚ ਵਾਧਾ ਹੋ ਜਾਂਦਾ ਅਤੇ ਇਹ ਕੰਜੰਪਸ਼ਨ ਦੇ ਵਿੱਚ ਵਧੀਆ ਪ੍ਰਭਾਵ ਜਿਹੜਾ ਉਹ ਪੈ ਜਾਂਦਾ। ਬੈਡ ਇਫੈਕਟ ਕੀ ਪਏਗਾ ਕਿ ਜਦੋਂ ਉਸ ਲੋਨ ਨੂੰ ਵਾਪਸ ਕਰਨ ਦੇ ਲਈ ਸਰਕਾਰਾਂ ਟੈਕਸ ਜ਼ਿਆਦਾ ਲਗਾਉਂਦੀਆਂ। ਜਦੋਂ ਟੈਕਸ ਜ਼ਿਆਦਾ ਲਗਾਉਣਗੀਆਂ ਤਾਂ ਬਿਨਾਂ ਸ਼ੱਕ ਆਮਦਨ ਘਟ ਜਾਏਗੀ ਲੋਕਾਂ ਦੀ ਮਤਲਬ ਡਿਸਪੋਜ਼ੇਬਲ ਆਮਦਨ, ਖਰਚਯੋਗ ਆਮਦਨ ਘਟ ਜਾਏਗੀ। ਔਰ ਜਦੋਂ ਖਰਚਯੋਗ ਆਮਦਨ ਦੇ ਵਿੱਚ ਕਮੀ ਆ ਜਾਏਗੀ, ਜਦੋਂ ਖਰਚਯੋਗ ਆਮਦਨ ਦੇ ਵਿੱਚ ਕਮੀ ਆ ਜਾਏਗੀ ਤਾਂ ਉਸ ਦੇ ਕਰਕੇ ਕੰਜੰਪਸ਼ਨ ਦੇ ਵਿੱਚ ਕਮੀ ਆਏਗੀ। ਨੈਕਸਟ ਸੀਗਾ ਇਫੈਕਟਸ ਔਨ ਇਨਫਲੇਸ਼ਨ। ਸਰਵਜਨਕ ਰਿਣ ਜਦੋਂ ਵੀ ਲੈ ਜਾਂਦੇ ਆ, ਇਹਦੇ ਕਰਕੇ ਆਮ ਲੋਕਾਂ ਨੂੰ ਇੰਪਲਾਈਮੈਂਟ ਜਨਰੇਟ ਹੁੰਦੀ ਆ, ਦੈਨ ਉਹਨਾਂ ਦੀ ਇਨਕਮ ਹੁੰਦੀ ਆ, ਉਹਦੇ ਕਰਕੇ ਡਿਮਾਂਡ ਵੱਧਦੀ ਆ। ਡਿਮਾਂਡ ਵਧਣ ਦੇ ਕਰਕੇ ਕੀਮਤਾਂ ਦੇ ਵਿੱਚ ਵੀ ਵਾਧਾ ਹੋ ਸਕਦਾ ਹੁੰਦਾ। ਅਤੇ ਜੇ ਡੀਫਲੇਸ਼ਨ ਵਰਗੀ ਸਥਿਤੀ ਆ ਜਾਏ, ਡੀਫਲੇਸ਼ਨ ਵਰਗੀ ਸਥਿਤੀ ਕਦੋਂ ਆਉਂਦੀ ਆ ਕਿ ਜਦੋਂ ਸਰਕਾਰਾਂ ਲੋਨ ਲੈਂਦੀਆਂ ਅਤੇ ਲੋਕਾਂ ਦੀ ਡਿਸਪੋਜ਼ੇਬਲ ਆਮਦਨ ਘਟਦੀ ਹੈ, ਔਰ ਡਿਸਪੋਜ਼ੇਬਲ ਆਮਦਨ ਘਟਣ ਦੇ ਕਰਕੇ ਡਿਮਾਂਡ ਘਟਦੀ ਹੈ, ਅਤੇ ਡਿਮਾਂਡ ਘਟਣ ਦੇ ਕਰਕੇ ਪ੍ਰਾਈਸ ਘਟਣ ਲੱਗਦਾ, ਅਤੇ ਡੀਫਲੇਸ਼ਨ ਦੀ ਜਿਹੜੀ ਸਥਿਤੀ ਹੈ ਉਹ ਵੀ ਇਕੋਨਮੀ ਦੇ ਵਿੱਚ ਆ ਜਾਂਦੀ ਹੈ। ਇੱਕ ਇੱਥੇ ਹੋਰ ਕੰਸੈਪਟ ਜਿਹੜਾ 2 ਨੰਬਰ ਦੇ ਪੁਆਇੰਟ ਆਫ ਵਿਊ ਤੋਂ, 2 ਮਾਰਕਸ ਦੇ ਪੁਆਇੰਟ ਆਫ ਵਿਊ ਤੋਂ ਆਪਾਂ ਕਰਨਾ ਹੈਗਾ ਡੈਟ ਟਰੈਪ, ਜਾਲ, ਰਿਣ ਜਾਲ, ਕੁੜਕੀ ਕਹਿੰਦੇ ਇਸ ਨੂੰ। ਇਹ ਕੀ ਹੁੰਦੀ ਹੈ? ਜਦੋਂ ਸਰਕਾਰਾਂ ਇੱਕ ਲੋਨ ਵਾਪਸ ਕਰਨ ਦੇ ਲਈ, ਇੱਕ ਰਿਣ ਵਾਪਸ ਕਰਨ ਦੇ ਲਈ ਅਤੇ ਉਹਦਾ ਵਿਆਜ ਦਾ ਭੁਗਤਾਨ ਕਰਨ ਦੇ ਲਈ, ਕਿਉਂਕਿ ਜਦੋਂ ਲੋਨ ਲਿਆ ਜਾਏਗਾ ਤਾਂ ਬਿਨਾਂ ਸ਼ੱਕ ਉੱਤੇ ਰੇਟ ਆਫ ਇੰਟਰਸਟ ਪੇ ਕੀਤਾ ਜਾਏਗਾ। ਜਦੋਂ ਸਰਕਾਰਾਂ ਇੱਕ ਲੋਨ ਅਤੇ ਉਸ ਦਾ ਰੇਟ ਆਫ ਇੰਟਰਸਟ, ਇੱਕ ਰਿਣ ਅਤੇ ਉਸ ਦਾ ਰੇਟ ਆਫ ਇੰਟਰਸਟ ਵਾਪਸ ਕਰਨ ਦੇ ਲਈ ਨਵਾਂ ਰਿਣ ਲੈਂਦੀਆਂ, ਉਸ ਨੂੰ ਡੈਟ ਟਰੈਪ ਕਿਹਾ ਜਾਂਦਾ। ਇਸ 'ਤੇ ਪਰ ਇਸ ਵਿਕਾਸਾਤਮਕ ਕੰਮਾਂ ਦੇ ਜਦੋਂ ਖਰਚ ਨਹੀਂ ਹੁੰਦਾ, ਜਦੋਂ ਡਿਵੈਲਪਮੈਂਟ ਦੇ ਕੰਮਾਂ ਦੇ ਵਿੱਚ ਖਰਚ ਨਹੀਂ ਹੁੰਦਾ, ਤਾਂ ਹੀ ਸਰਕਾਰ ਨੂੰ ਇਸ ਤਰ੍ਹਾਂ ਦੇ ਵਾਰ-ਵਾਰ ਲੋਨ ਲੈਣੇ ਪੈਂਦੇ ਆ, ਤਾਂ ਹੀ ਡੈਟ ਟਰੈਪ ਦੀ ਸਿਚੁਏਸ਼ਨ ਆਉਂਦੀ ਆ। ਜੇ ਉਹ ਲੋਨ ਦਾ ਪੈਸਾ, ਜੇ ਲੋਨ ਦੀ ਅਮਾਊਂਟ ਪ੍ਰੋਡਕਟਿਵ ਕੰਮਾਂ ਦੇ ਵਿੱਚ ਖਰਚ ਹੋਵੇ ਤਾਂ ਸ਼ਾਇਦ ਇਸ ਤਰ੍ਹਾਂ ਦੀ ਸਿਚੁਏਸ਼ਨ ਨਾ ਵੀ ਆਵੇ। ਨੈਕਸਟ ਜਿਹੜਾ ਆਪਾਂ ਕੱਲ੍ਹ ਕਰਾਂਗੇ। ਥੈਂਕ ਯੂ ਸੋ ਮਚ।